ਹੁਣ ਸੋਧੀਆਂ ਹੋਈਆਂ ਕਾਨੂੰਨ ਦੇ ਮੁਤਾਬਕ ਇਹ ਜਿਹੜੇ ਮੈਂਬਰ ਹੈ ਕਿਸੇ ਵੀ ਸੂਬੇ ਦੇ ਲੱਗ ਸਕਦੇ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਸੂਬੇ ਦੇ ਵਿੱਚ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਨੂੰ ਖਤਮ ਕਰਨ ਦਾ ਮੁੱਦਾ ਜਿੱਥੇ ਗਰਮਾਇਆ ਹੋਇਆ ਸੀ, ਤਾਂ ਉੱਥੇ ਉਸ ਦੇ ਨਾਲ ਹੀ ਹੁਣ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਰੇ ਪ੍ਰੋਜੈਕਟਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸੂਬੇ ਦੇ ਸੁਰੱਖਿਆ ਕਰਮਚਾਰੀਆਂ ਦੀ ਥਾਂ ਤੇ CISF ਦੇ ਜਵਾਨਾਂ ਨੂੰ ਲਗਾਉਣ ਦੀ ਜੋ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਹੋਈ ਹੈ, ਉਸਨੇ ਇੱਕ ਹੋਰ ਮੁੱਦਾ ਪੰਜਾਬ ਦੇ ਵਿੱਚ ਉਭਾਰ ਦਿੱਤਾ। ਇੱਕ ਨਵੀਂ ਹੀ ਚਰਚਾ ਪੰਜਾਬ ਦੇ ਵਿੱਚ ਛਿੜ ਗਈ ਹੈ। ਜੀ ਹਾਂ, ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ਦੇ ਤਹਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਾਰੇ ਪ੍ਰੋਜੈਕਟਾਂ ਦੇ ਵਿੱਚ ਜੋ ਸੁਰੱਖਿਆ ਕਰਮਚਾਰੀ ਤਾਇਨਾਤ ਸੀ, ਜੋ ਕਿ ਸੂਬੇ ਦੇ ਸੁਰੱਖਿਆ ਕਰਮਚਾਰੀ ਤਾਇਨਾਤ ਸੀ, ਉਹਨਾਂ ਨੂੰ ਬਦਲ ਕੇ ਹੁਣ CISF ਦੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਜੀ ਹਾਂ, ਦੱਸ ਦਈਏ ਕਿ ਸੂਬੇ ਦੇ ਜੋ ਸੁਰੱਖਿਆ ਕਰਮਚਾਰੀ ਜਿਹੜੇ ਵੀ ਸੂਬਿਆਂ ਦੀ ਉਸ ਦੇ ਵਿੱਚ ਨੁਮਾਇੰਦਗੀ ਰਹਿੰਦੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ, ਉਸ ਸੂਬੇ ਦੇ ਸੁਰੱਖਿਆ ਕਰਮਚਾਰੀਆਂ ਨੂੰ, ਪੁਲਿਸ ਕਰਮਚਾਰੀਆਂ ਨੂੰ ਉੱਥੇ ਸੁਰੱਖਿਆ ਦੇ ਲਈ ਲਗਾਇਆ ਜਾਂਦਾ ਹੈ। ਤੇ ਹੁਣ ਕੇਂਦਰ ਸਰਕਾਰ ਨੇ ਉਹਨਾਂ ਨੂੰ ਤਬਦੀਲ ਕਰਕੇ ਉੱਥੇ CISF ਦੇ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ, ਉਸਨੇ ਪੰਜਾਬ ਦੇ ਵਿੱਚ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਨੇ, ਜਿਸ ਦੇ ਨਾਲ ਹੀ ਰਾਜਨੀਤੀ ਵੀ ਗਰਮ ਹੋ ਗਈ ਹੈ। ਦੱਸ ਦਈਏ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਰੂਲ ਸੀ 1974 ਦਾ, ਉਸ ਦੇ ਤਹਿਤ ਪੰਜਾਬ ਨੂੰ ਰੈਗੂਲਰ ਪ੍ਰਤੀਨਿਧਤਾ ਦਿੱਤੀ ਗਈ ਸੀ। ਤੇ ਉਸ ਤੋਂ ਬਾਅਦ ਜਦੋਂ 1966 ਦੇ ਵਿੱਚ ਪੰਜਾਬ ਦੇ ਵਿੱਚੋਂ ਹਰਿਆਣਾ ਨੂੰ ਅਲੱਗ ਕੀਤਾ ਜਾਂਦਾ ਹੈ, ਤਾਂ ਉਦੋਂ ਵੀ ਪੰਜਾਬ ਅਤੇ ਹਰਿਆਣਾ ਨੂੰ 58:42 ਦਾ ਜੋ ਅਨੁਪਾਤ 58:42 ਦੀ ਜੋ ਇੱਕ ਪ੍ਰਤੀਨਿਧਤਾ ਉਸ ਦੇ ਵਿੱਚ ਦਿੱਤੀ ਜਾਂਦੀ ਹੈ, ਜਿਸ ਨੂੰ 2022 ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਸੋਧ ਐਕਟ ਜੋ 2022 ਦੇ ਦੌਰਾਨ ਇਸ ਵਿੱਚੋਂ ਪੰਜਾਬ ਤੇ ਹੋਰ ਸੂਬਿਆਂ ਦੀ ਜਿਹੜੀ ਹੈਗੀ ਹੈ ਪ੍ਰਤੀਨਿਧਤਾ, ਉਸ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਂਦਾ ਹੈ। ਅਤੇ ਇਹ ਪ੍ਰਤੀਨਿਧਤਾ ਖਤਮ ਹੋਣ ਤੋਂ ਬਿਲਕੁਲ 22 ਦਿਨ ਪਹਿਲਾਂ ਹੀ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਦੇ ਤਹਿਤ CISF ਜੋ ਹੁਣ ਹੈ ਉਹ ਸੂਬੇ ਦੀ ਕਰਮਚਾਰੀਆਂ ਦੀ ਥਾਂ ਤੇ ਸੁਰੱਖਿਆ ਕਰੇਗੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ। मोदी सरकार मुर्दाबाद 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 प्राइवेटाइजेशन बंद करो बंद करो बंद करो प्राइवेटाइजेशन बंद करो बंद करो बंद करो धक्केशाही नहीं चलेगी नहीं चलेगी नहीं चलेगी धक्केशाही नहीं चलेगी नहीं चलेगी नहीं चलेगी करो सियापा हाय हाय करो सियापा हाय हाय करो सियापा हाय हाय ये सुराना आगे बढ़ो हम तुम्हारे साथ हैं ये सुराना आगे बढ़ो हम तुम्हारे साथ हैं ये सुराना आगे बढ़ो हम तुम्हारे साथ हैं। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ BBMB ਦੇ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਨੇ, ਉਹਨਾਂ ਵਿੱਚ ਸੂਬੇ ਦੇ ਕਰਮਚਾਰੀਆਂ ਨੂੰ ਤਬਦੀਲ ਕਰਕੇ ਤਕਰੀਬਨ 824 CISF ਦੇ ਜੋ ਕਰਮਚਾਰੀ ਨੇ ਉਹ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਾਰੇ ਪ੍ਰੋਜੈਕਟਾਂ ਦੀ ਜੋ ਰਖਵਾਲੀ ਕਰਨਗੇ। ਸਿਰਫ 435 ਜਿਹੜੇ CISF ਦੇ ਕਰਮਚਾਰੀ ਹੈਗੇ ਨੇ ਉਹ ਭਾਖੜਾ ਜਿਹੜਾ ਡੈਮ ਪ੍ਰੋਜੈਕਟ ਹੈਗਾ ਉਸ ਦੀ ਰਖਵਾਲੀ ਕਰਨਗੇ। ਉਸ ਤੋਂ ਇਲਾਵਾ 146 ਜਿਹੜੇ CISF ਦੇ ਕਰਮਚਾਰੀ ਹੈਗੇ ਨੇ ਉਹ ਬਿਆਸ ਡੈਮ ਦੀ ਰਖਵਾਲੀ ਕਰਨਗੇ ਤੇ 243 ਕਰਮਚਾਰੀ BSL ਬਿਆਸ ਸਤਲੁਜ ਲਿੰਕ ਜਿਹੜਾ ਹੈਗਾ ਪ੍ਰੋਜੈਕਟ ਉਸ ਦੀ ਰਖਵਾਲੀ ਕਰਨਗੇ। ਇਸ ਤਰ੍ਹਾਂ ਕੁੱਲ ਜਿਹੜੇ 824 ਕਰਮਚਾਰੀ ਹੈਗੇ ਨੇ, 824 CISF ਦੇ ਕਰਮਚਾਰੀ BBMB ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਉਸ ਦੇ ਸਾਰੇ ਪ੍ਰੋਜੈਕਟਾਂ ਦੀ ਰਖਵਾਲੀ ਕਰਨਗੇ। ਇਸ ਤੋਂ ਪਹਿਲਾਂ ਵੀ 2013 ਤੇ 2014 ਦੇ ਵਿੱਚ ਵੀ ਇੱਕ ਪ੍ਰਸਤਾਵ ਲੈ ਕੇ ਆਂਦਾ ਗਿਆ ਸੀ ਕਿ ਸੂਬੇ ਦੇ ਸੁਰੱਖਿਆ ਕਰਮਚਾਰੀਆਂ ਨੂੰ ਤਬਦੀਲ ਕਰਕੇ CISF ਨੂੰ ਲਿਆਂਦਾ ਜਾਵੇ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਪਰ ਹੁਣ ਫਿਰ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਜਿੱਥੇ ਸੂਬੇ ਦੇ ਕਰਮਚਾਰੀ ਕੰਮ ਕਰਦੇ ਸੀ ਤਬਦੀਲ ਕਰਕੇ ਉਹਨਾਂ ਨੂੰ ਉਸ ਦੀ ਥਾਂ ਦੇ ਉੱਤੇ CISF ਦੇ ਕਰਮਚਾਰੀਆਂ ਨੂੰ ਸੁਰੱਖਿਆ ਦੇ ਵਿੱਚ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਜਿਹੜੀਆਂ ਸਿਆਸੀ ਚਰਚਾਵਾਂ ਹੈਗੀਆਂ ਨੇ, ਸਿਆਸੀ ਇਲਜ਼ਾਮ ਜਿਹੜੇ ਹੈਗੇ ਨੇ ਉਹ ਵੀ ਤੇਜ਼ ਹੋ ਗਏ ਨੇ। ਇਸ ਦੇ ਨਾਲ ਹੀ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਪ੍ਰਤੀਕਰਮ ਵੀ ਆਣੇ ਸ਼ੁਰੂ ਹੋ ਗਏ ਨੇ। ਪਿਛਲੇ ਦਿਨੀ ਰਾਣਾ KP ਵੱਲੋਂ ਵੀ
ਇਸ ਦੇ ਸੰਬੰਧ ਵਿੱਚ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਿਲਾਫ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਤਾਂ ਕੀ ਕਿਹਾ ਰਾਣਾ ਕੇਪੀ ਹੋਰਾਂ ਨੇ, ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਦੇਖੋ BBMB ਦਾ ਜਿਹੜਾ ਮਸਲਾ ਹੈ, ਇਹ ਜਿਹੜਾ ਡੈਮ ਹੈ 48 ਚ ਸ਼ੁਰੂ ਹੋਇਆ, 63 ਦੇ ਵਿੱਚ ਪੂਰਾ ਹੋਇਆ। BBMB ਦੇ ਜਿਹੜੇ ਫਾਈਨਲ ਭਾਖੜਾ ਬਿਆਸ ਮੈਨੇਜਮੈਂਟ ਰੂਲਸ ਹੈ ਜਿਹੜੇ 1976 ਚ ਬਣੇ ਹੈ, ਉਹਦੇ ਮੁਤਾਬਕ BBMB ਦਾ ਜਿਹੜਾ ਮੈਂਬਰ ਪਾਵਰ ਹੈ ਇਹ ਹਮੇਸ਼ਾ ਔਨ ਡੈਪੂਟੇਸ਼ਨ ਪੰਜਾਬ ਦਾ ਅਫਸਰ ਹੁੰਦਾ ਹੈ ਔਰ ਮੈਂਬਰ ਇਰੀਗੇਸ਼ਨ ਹਮੇਸ਼ਾ ਹਰਿਆਣੇ ਦਾ ਹੁੰਦਾ ਹੈ। ਉਹ ਜਿਹੜੀ ਕਲਾਜ਼ ਹੈ ਉਹਦੇ 'ਚ 23 ਫਰਵਰੀ ਨੂੰ ਸੋਧ ਕਰਕੇ ਇਹਨਾਂ ਨੇ ਹਟਾ ਦਿੱਤੀ। ਹੁਣ ਸੋਧੀਆਂ ਹੋਈਆਂ ਕਾਨੂੰਨ ਦੇ ਮੁਤਾਬਕ ਇਹ ਜਿਹੜੇ ਮੈਂਬਰ ਹੈ ਕਿਸੇ ਵੀ ਸੂਬੇ ਦੇ ਲੱਗ ਸਕਦੇ। ਮੇਰਾ ਇਹ ਕਹਿਣਾ ਹੈ ਕਿ ਇਹਦੇ ਜਿਹੜੇ ਪੰਜਾਬ ਦੇ ਹਿੱਤ ਇਸ ਡੈਮ ਨਾਲ ਜੁੜੇ ਹੈ, ਪੰਜਾਬ ਦੀ ਤਕਦੀਰ ਇਸ ਡੈਮ ਨਾਲ ਜੁੜੀ ਹੈ। ਇਹ ਡੈਮ ਸਾਡੀਆਂ ਜ਼ਮੀਨਾਂ ਤੇ ਬਣਿਆ, ਇਹ ਨਹਿਰਾਂ ਸਾਡੀਆਂ ਜ਼ਮੀਨਾਂ ਤੇ ਬਣੀਆਂ, ਇਹ ਬਿਜਲੀ ਦੇ ਜਿਹੜੇ ਪਲਾਂਟ ਹੈ ਸਾਡੀਆਂ ਜ਼ਮੀਨਾਂ ਤੇ ਬਣੇ ਹੈ। ਸਾਡੀਆਂ ਜ਼ਮੀਨਾਂ ਤੇ ਤਾਂ ਬਣੇ ਇਹ ਸਾਡੇ ਵਾਸਤੇ ਬਣੇ ਹੈ। ਇਸ ਕਰਕੇ ਇਹਨਾਂ ਦੇ ਕੰਟਰੋਲ, ਇਹਨਾਂ ਦੀ ਐਡਮਿਨਿਸਟ੍ਰੇਸ਼ਨ, ਇਹਨਾਂ ਦੇ ਪ੍ਰਬੰਧ ਦੇ ਵਿੱਚ ਪੰਜਾਬ ਦੀ ਹਿੱਸੇਦਾਰੀ ਹੋਣਾ ਲਾਜ਼ਮੀ ਹੈ। ਜੇ ਇਹ ਹਟਾਤੀ ਜਾਂਦੀ ਤਾਂ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਹੋਏਗਾ। ਮੈਂ ਇਸ ਮਸਲੇ ਤੇ ਕੱਲ੍ਹ ਇੱਕ ਬਹੁਤ ਬੜਾ ਧਰਨਾ ਨੰਗਲ ਸ਼ਹਿਰ 'ਚ ਰੋਸ਼ ਪ੍ਰਗਟ ਕਰਨ ਲਈ ਕੀਤਾ। ਔਰ ਦੂਜਾ, ਮੈਂ ਕੱਲ੍ਹ ਸਤਿਕਾਰਯੋਗ ਗਵਰਨਰ ਸਾਹਿਬ ਨੂੰ ਮਿਲਿਆ, ਉਹਨਾਂ ਨੂੰ ਮੈਮੋਰੈਂਡਮ ਦਿੱਤਾ ਔਰ ਉਹਨਾਂ ਨੂੰ ਪੂਰੀ ਗੱਲ ਦੱਸੀ ਹੈ ਔਰ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਦਖਲ ਦੇ ਕੇ ਇਹਦੇ ਵਿੱਚ ਆਪਣਾ ਅਸਰ ਇਸਤੇਮਾਲ ਕਰਕੇ ਇਹਨੂੰ ਠੀਕ ਕਰਾਉਣ 'ਚ ਮਦਦ ਕਰਨਗੇ। ਸੋ ਤੁਸੀਂ ਸੁਣਿਆ ਕਿ ਚਰਚਾਵਾਂ ਵੀ ਜਿਹੜੀਆਂ ਹੈਗੀਆਂ ਨੇ, ਸਿਆਸੀ ਚਰਚਾਵਾਂ ਵੀ ਉਹ ਵੀ ਹੁਣ ਆਰੰਭ ਹੋ ਗਈਆਂ ਨੇ। ਜਿੱਥੇ ਸੂਬੇ ਦੀ ਪ੍ਰਤੀਨਿਧਤਾ ਖਤਮ ਕਰਨ ਦਾ ਜਿਹੜਾ ਮੁੱਦਾ ਸੀ ਉਹ ਪੰਜਾਬ ਦੇ ਵਿੱਚ ਪਹਿਲਾਂ ਹੀ ਗਰਮਾਇਆ ਹੋਇਆ ਸੀ, ਤਾਂ ਉਸ ਦੇ ਨਾਲ ਹੀ ਹੁਣ ਸੂਬੇ ਦੇ ਕਰਮਚਾਰੀਆਂ ਦੀ ਥਾਂ ਤੇ, ਸੂਬੇ ਦੇ ਕਰਮਚਾਰੀਆਂ ਨੂੰ ਤਬਦੀਲ ਕਰਕੇ ਉਹਨਾਂ ਦੀ ਥਾਂ ਤੇ CISF ਦੇ ਕਰਮਚਾਰੀਆਂ ਨੂੰ ਲਗਾਉਣ ਦਾ ਜਿਹੜਾ ਮੁੱਦਾ ਹੈਗਾ, ਇਹ ਵੀ ਹੁਣ ਜ਼ੋਰਾਂ ਦੇ ਉੱਤੇ ਪੰਜਾਬ ਦੇ ਵਿੱਚ ਗਰਮਾਇਆ ਹੋਇਆ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਦੇ ਉੱਤੇ ਇਸ ਦਾ ਕੀ ਅਸਰ ਹੁੰਦਾ। ਕੀ ਕੇਂਦਰ ਸਰਕਾਰ ਇਹ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੋਧ ਐਕਟ ਜਿਹੜਾ ਹੈਗਾ 2022 ਲੈ ਕੇ ਆਂਦਾ ਗਿਆ, ਕਿ ਇਸ ਨੂੰ ਵਾਪਸ ਲਿਆ ਜਾਵੇਗਾ? ਕੀ ਇਹ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਇਸ ਦਾ ਕੋਈ ਅਸਰ ਹੋਵੇਗਾ? ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਦੇਖਣਾ ਹੋਵੇਗਾ।